ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ 6ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਪਾਠ 7 ਬਾਰੇ ਗੱਲ ਕਰਾਂਗੇ। ਪਾਠ 7 ਦਾ ਨਾਂ ਹੈ ਬਸੰਤ। ਇਹ ਇੱਕ ਕਵਿਤਾ ਹੈ ਬੇਟਾ, ਬਹੁਤ ਹੀ ਸੋਹਣੀ ਕਵਿਤਾ ਹੈ। ਜੇ ਤੁਸੀਂ ਇੱਕ ਵਾਰ ਪੜ੍ਹੋ ਤਾਂ ਤੁਹਾਨੂੰ ਲੱਗੂਗਾ ਕਿ ਤੁਸੀਂ ਬੜੀ ਸੌਖੀ ਤਰ੍ਹਾਂ ਨਾਲ ਇਹਨੂੰ ਯਾਦ ਵੀ ਕਰ ਸਕਦੇ ਹੋ। ਇਹ ਕਵਿਤਾ ਉੱਚੀ ਗਾਈ ਵੀ ਜਾ ਸਕਦੀ ਹੈ। ਤਾਂ ਪਹਿਲਾਂ ਤੁਸੀਂ ਇਸ ਨੂੰ ਉੱਚੀ ਪੜ੍ਹ ਕੇ ਦੇਖਣਾ, ਫਿਰ ਗਾ ਕੇ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਮੈਂ ਤੁਹਾਨੂੰ ਇਹ ਕਵਿਤਾ ਇੱਕ ਵਾਰ ਸਾਰੇ ਇਹਦੇ ਸਰਲ ਅਰਥ ਭਾਵ ਅਰਥ ਦੱਸਦੇ ਤਾਂ ਤੁਸੀਂ ਇਹਨੂੰ ਯਾਦ ਵੀ ਕਰ ਸਕਦੇ ਹੋ। ਕਵਿਤਾ ਬੇਟਾ ਆਪਾਂ ਪੇਪਰ ਦੇ ਵਿੱਚ ਇਹਦੇ ਅਭਿਆਸ ਦੇ ਪ੍ਰਸ਼ਨ ਹੱਲ ਕਰਨੇ ਹੋਣਗੇ, ਨਾਲ ਹੀ ਇਹਦੀਆਂ ਕੁਝ ਸਤਰਾਂ ਦਿੱਤੀਆਂ ਹੋਣਗੀਆਂ, ਉਹਨਾਂ ਦੇ ਆਪਾਂ ਭਾਵ ਅਰਥ ਦੱਸਣੇ ਹੋਣਗੇ। ਕਵਿਤਾ ਦੇ ਵਿੱਚ ਜੋ ਕੁਝ ਆਪਾਂ ਨੂੰ ਸਾਹਮਣੇ ਕਵੀ ਦੁਆਰਾ ਲਿਖਿਆ ਹੋਇਆ ਦਿਖਾਈ ਦਿੰਦਾ ਹੈ, ਅਸਲ ਦੇ ਵਿੱਚ ਉਸਦੇ ਅਰਥ ਉਹੀ ਨਹੀਂ ਹੁੰਦੇ, ਥੋੜੇ ਹੋਰ ਡੂੰਘੇ ਲੁਕਵੇਂ ਅਰਥ ਹੁੰਦੇ ਹੈ। ਇਸ ਕਰਕੇ ਸਾਨੂੰ ਕਵਿਤਾ ਦੇ ਭਾਵ ਅਰਥ ਸਮਝਣੇ ਪੈਂਦੇ ਹੈ ਕਿ ਕਵੀ ਹੈ ਜਿਹੜਾ ਉਹ ਇਸ ਕਵਿਤਾ ਦੇ ਵਿੱਚ ਸਾਨੂੰ ਕੀ ਕਹਿਣਾ ਚਾਹੁੰਦਾ ਹੈ। ਤਾਂ ਮੈਂ ਤੁਹਾਨੂੰ ਇਹ ਬਸੰਤ ਕਵਿਤਾ ਦੇ ਭਾਵ ਅਰਥ ਦੱਸਦੀ ਹਾਂ। ਬਸੰਤ ਤੁਹਾਨੂੰ ਪਤਾ ਹੈ ਕਿ ਇਹ ਰੁੱਤ ਹੈ। ਜਦੋਂ ਆਪਾਂ ਬਸੰਤ ਪੰਚਮੀ ਮਨਾਉਂਦੇ ਹੁੰਦੇ ਹਾਂ, ਤੁਸੀਂ ਪਤੰਗਾਂ ਚੜਾਉਂਦੇ ਹੁੰਦੇ ਹੋ, ਤਾਂ ਕਦੋਂ ਆਉਂਦੀ ਹੈ ਉਹ ਰੁੱਤ? ਸਰਦੀਆਂ ਤੋਂ ਬਾਅਦ। ਤਾਂ ਸਰਦੀਆਂ ਤੋਂ ਬਾਅਦ ਜਿਹੜੀ ਇੱਕ ਸੋਹਣੀ ਜਿਹੀ ਰੁੱਤ ਆਉਂਦੀ ਹੈ, ਜਦੋਂ ਨਾ ਗਰਮੀ ਹੁੰਦੀ ਹੈ ਨਾ ਠੰਡ ਹੁੰਦੀ ਹੈ, ਉਹਨੂੰ ਬਸੰਤ ਰੁੱਤ ਕਹਿੰਦੇ ਨੇ। ਤੇ ਉਸ ਬਸੰਤ ਰੁੱਤ ਦੇ ਵਿੱਚ ਕਿਹੋ ਜਿਹਾ ਆਲਾ ਦੁਆਲਾ ਹੁੰਦਾ ਸਾਡਾ, ਕਿਹੋ ਜਿਹਾ ਵਾਤਾਵਰਨ ਹੁੰਦਾ ਹੈ, ਬਨਸਪਤੀ ਕਿਹੋ ਜਿਹੀ ਹੁੰਦੀ ਹੈ, ਕਵੀ ਨੇ ਉਹਦੇ ਬਾਰੇ ਸਾਨੂੰ ਦੱਸਿਆ। ਤਾਂ ਇਹ ਕਵਿਤਾ ਇਸ ਤਰ੍ਹਾਂ ਹੈ ਬੇਟਾ, ਇਹਦੇ ਭਾਵ ਅਰਥ। ਕੱਕਰਾਂ ਨੇ ਲੁੱਟ-ਪੁੱਟ ਨੰਗ ਕਰ ਛੱਡੇ ਰੁੱਖ, ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ। ਕੱਕਰ ਹੁੰਦੀ ਹੈ ਠੰਡ, ਬਹੁਤ ਜ਼ਿਆਦਾ ਠੰਡ ਸੀ, ਜਿਸ ਦੇ ਕਰਕੇ ਰੁੱਖ ਹੈ ਜਿਹੜੇ ਉਹਨਾਂ ਨੇ ਆਪਣੇ ਸਾਰੇ ਪੱਤੇ ਝਾੜ ਦਿੱਤੇ ਸੀ ਤੇ ਰੁੱਖ ਇਉਂ ਲੱਗਦਾ ਸੀ ਕਿ ਜਿਵੇਂ ਪੱਤਿਆਂ ਤੋਂ ਬਿਨਾਂ ਵਿਚਾਰੇ ਬਿਲਕੁਲ ਨੰਗੇ ਹੋ ਗਏ ਹੋਣ। ਪਰ ਹੁਣ ਜਦੋਂ ਬਸੰਤ ਰੁੱਤ ਆ ਗਈ ਤਾਂ ਉਹਦੀਆਂ ਸਾਰੀਆਂ ਟਾਹਣੀਆਂ ਜਿਹੜੀਆਂ ਉਹ ਫਿਰ ਤੋਂ ਪੁੰਗਰ ਪਈਆਂ, ਤਾਂ ਛੋਟੇ ਛੋਟੇ ਪੱਤੇ ਫਿਰ ਤੋਂ ਆਉਣੇ ਸ਼ੁਰੂ ਹੋ ਗਏ। ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ, ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ। ਤਾਂ ਸਾਰੀਆਂ ਜਿਹੜੀਆਂ ਟਾਹਣੀਆਂ ਉਹਨਾਂ ਤੇ ਛੋਟੇ ਛੋਟੇ ਬਹੁਤ ਹੀ ਕੂਲੇ, ਬਹੁਤ ਹੀ ਨਾਜ਼ੁਕ ਜਿਹੇ ਪੱਤੇ ਹੈ ਜਿਹੜੇ ਉਹ ਆਉਣ ਲੱਗ ਪਏ। ਇਉਂ ਲੱਗਦਾ ਹੈ ਜਿਵੇਂ ਉਹਨਾਂ ਦੇ ਵਿੱਚ ਨਵੀਂ ਜਾਨ ਪੈ ਗਈ ਹੋਵੇ। ਤਾਂ ਉਹ ਉਸ ਤਰ੍ਹਾਂ ਲੱਗਦੇ ਹੈ ਜਿਵੇਂ ਕਿਸੇ ਆਲਣੇ ਦੇ ਵਿੱਚ ਛੋਟੇ ਛੋਟੇ ਕਿਸੇ ਪੰਛੀ ਦੇ ਬੋਟ ਹੋਣ ਤੇ ਉਹ ਆਪਣੇ ਖੰਭ ਜਿਹੜੇ ਹੈ ਉਹ ਉਛਾਲ ਰਹੇ ਹੋਣ। ਤਾਂ ਛੋਟੇ ਛੋਟੇ ਪੱਤੇ ਬਿਲਕੁਲ ਉਹਨਾਂ ਵਰਗੇ ਕੂਲੇ ਤੇ ਨਾਜ਼ੁਕ ਲੱਗਦੇ ਹੈ। ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ। ਜੇ ਆਪਾਂ ਬਾਗਾਂ ਦੇ ਵਿੱਚ ਦੇਖੀਏ ਤਾਂ ਜਿਹੜੇ ਵੀ ਬੂਟੇ ਹੁੰਦੇ ਹੈ ਉਹਨਾਂ ਤੇ ਛੋਟੀਆਂ ਛੋਟੀਆਂ ਡੋਡੀਆਂ ਜਿਹੜੀਆਂ ਉਹ ਪੁੰਗਰ ਪਈਆਂ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਫਲ ਹੈ ਜਾਂ ਫੁੱਲ ਹੈ ਉਹ ਆਉਣੇ ਸ਼ੁਰੂ ਹੋ ਗਏ। ਤਾਂ ਉਹ ਇਉਂ ਲੱਗਦਾ ਹੈ ਜਿਵੇਂ ਹੌਲੀ ਹੌਲੀ ਜਿਹੜੀ ਹਵਾ ਚੱਲਦੀ ਹੈ, ਮਿੱਠੀ ਮਿੱਠੀ ਹਵਾ, ਉਹਨੇ ਉਹਨਾਂ ਨੂੰ ਸੁੱਤਿਆਂ ਨੂੰ ਆ ਕੇ ਜਗਾ ਦਿੱਤਾ ਹੋਵੇ। ਖਿੜ ਖਿੜ ਹੱਸਦੀਆਂ ਵਸਿਆ ਜਹਾਨ ਵੇਖ, ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ। ਤਾਂ ਫੁੱਲ ਹੈ ਜਿਹੜੇ ਉਹ ਖਿੜਨੇ ਸ਼ੁਰੂ ਹੋ ਗਏ। ਕੇਸਰ ਤੇ ਗੁਲਾਬ ਦੇ ਸੂਹੇ ਰੰਗ ਦੇ ਜਿਹੜੇ ਫੁੱਲ ਨੇ, ਇਉਂ ਲੱਗਦਾ ਹੈ ਕਿ ਉਹ ਵੀ ਸਾਰੇ ਜਹਾਨ ਨੂੰ ਵਸਦਾ ਦੇਖ ਕੇ ਹੱਸ ਰਹੇ ਨੇ। ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ, ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ। ਹੁਣ ਘਾਹ ਹੈ ਜਿਹੜਾ ਸੁੱਕ ਚੁੱਕਿਆ ਸੀ ਪਹਿਲਾਂ, ਉਹ ਵੀ ਹਰਾ ਹੋ ਗਿਆ। ਤਾਂ ਮਾਲੀਆਂ ਨੇ ਫੁੱਲਾਂ ਨਾਲ ਭਰੇ ਹੋਏ ਗਮਲੇ ਹੈ ਜਿਹੜੇ ਉਹ ਵੀ ਇੱਕ ਕਤਾਰ ਦੇ ਵਿੱਚ ਜੋੜ ਕੇ
ਉਸ ਹਰੇ ਹਰੇ ਘਾਹ ਦੇ ਉੱਤੇ ਸਜਾਵਟ ਦੇ ਲਈ ਰੱਖ ਦਿੱਤੇ। ਬੁਲਬੁਲ ਫੁੱਲ ਫੁੱਲ ਫੁੱਲਾਂ ਦੇ ਸਦਕੇ ਲਏ, ਭੌਰੇ ਲਟਬੌਰਿਆਂ ਨੂੰ ਆਈਆਂ ਖੁਸ਼ਹਾਲੀਆਂ। ਬੁਲਬੁਲ ਹੈ ਜਿਹੜੀ ਉਹ ਸੋਹਣੀ ਗਾਉਂਦੀ ਹੈ ਤੇ ਫੁੱਲਾਂ ਦੇ ਆਲੇ ਦੁਆਲੇ ਇਉਂ ਲੱਗਦਾ ਹੈ ਜਿਵੇਂ ਫੁੱਲਾਂ ਤੋਂ ਸਦਕੇ ਜਾਂਦੀ ਹੈ। ਉਸੇ ਤਰ੍ਹਾਂ ਜਿਹੜੇ ਭਮਰੇ ਹੈ ਉਹ ਵੀ ਫੁੱਲਾਂ ਦੇ ਆਲੇ ਦੁਆਲੇ ਮੰਡਰਾ ਰਹੇ ਹੈ, ਉਹਨਾਂ ਦਾ ਰਸ ਪੀਣ ਲਈ ਆ ਗਏ ਹੈ। ਪੰਛੀਆਂ ਨੇ ਗਾਵਿਆ ਹੰਡੋਲ ਤੇ ਬਸੰਤ ਰਾਗ, ਚਿਰਾਂ ਪੁੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ। ਪੰਛੀ ਹੈ ਜਿਹੜੇ ਉਹ ਖੁਸ਼ੀ ਦੇ ਵਿੱਚ ਹਿੰਡੋਲ ਤੇ ਬਸੰਤ ਰਾਗ ਹੈ ਜਿਹੜਾ ਉਹ ਗਾ ਰਹੇ ਹੈ। ਇਹ ਰਾਗ ਖੁਸ਼ੀ ਦਾ ਰਾਗ ਹੈ, ਖੁਸ਼ੀ ਦੇ ਗੀਤ ਹੈ, ਕਿਉਂਕਿ ਪਰਮਾਤਮਾ ਨੇ ਬਹੁਤ ਹੀ ਦੇਰ ਬਾਅਦ ਇਹ ਸਮਾਂ ਹੈ ਜਿਹੜਾ ਉਹ ਲਿਆਂਦਾ ਹੈ। ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ, ਡੋਰੇਦਾਰ ਨੈਣਾ ਵਿੱਚ ਸੁੱਟੀਆਂ ਗੁਲਾਲੀਆਂ। ਤਾਂ ਇਹ ਸਤਰਾਂ ਜਿਹੜੀਆਂ ਉਹ ਸਮਝਣ ਵਾਲੀਆਂ ਨੇ। ਕਵੀ ਹੈ ਜਿਹੜਾ ਉਹਨੂੰ ਇਹ ਸਾਰੀ ਕੁਦਰਤ, ਸਾਰਾ ਆਲਾ ਦੁਆਲਾ ਇੱਕ ਔਰਤ ਵਰਗਾ ਲੱਗਦਾ ਹੈ, ਜਿਹਨੂੰ ਉਹਨੇ ਬਸੰਤ ਕੌਰ ਕਹਿਤਾ। ਉਹ ਕਹਿੰਦਾ ਇਉਂ ਲੱਗਦਾ ਹੈ ਕਿ ਇਸ ਬਸੰਤ ਕੌਰ ਨੇ ਜਿਵੇਂ ਕੇਸਰੀ ਰੰਗ ਦਾ ਦੁਪੱਟਾ ਲੈ ਲਿਆ ਹੋਵੇ, ਸੋਹਣਾ ਹਾਰ ਸ਼ਿੰਗਾਰ ਕੀਤਾ ਹੋਵੇ ਤੇ ਉਹਦੀਆਂ ਅੱਖਾਂ ਦੇ ਵਿੱਚ ਉਹਨੇ ਸੋਹਣਾ ਆਪਣਾ ਕੋਈ ਸੁਰਮਾ ਪਾਇਆ ਹੋਵੇ ਤੇ ਉਸ ਦੀ ਖੂਬਸੂਰਤੀ ਹੈ ਜਿਹੜੀ ਉਹ ਚਾਰੇ ਪਾਸੇ ਨੂੰ ਸੋਹਣਾ ਬਣਾ ਰਹੀ ਹੋਵੇ। ਤਾਂ ਇਹਨਾਂ ਸਤਰਾਂ 'ਚ ਬੇਟਾ ਉਹਨੇ ਬਸੰਤ ਰੁੱਤ ਦਾ ਮਾਨਵੀਕਰਨ ਕਰਤਾ, ਉਹਨੂੰ ਔਰਤ ਦਾ ਰੂਪ ਦੇਤਾ, ਜਿਹਨੇ ਕੇਸਰੀ ਰੰਗ ਦਾ ਦੁਪੱਟਾ ਲਿਆ ਤੇ ਸੋਹਣਾ ਹਾਰ ਸ਼ਿੰਗਾਰ ਕੀਤਾ ਹੋਇਆ। ਤਾਂ ਇਹ ਆਪਣੀ ਬਸੰਤ ਕਵਿਤਾ ਸੀ ਕਿ ਬਸੰਤ ਕਵਿਤਾ ਦੇ ਵਿੱਚ ਆਲਾ ਦੁਆਲਾ ਜਿਹੜਾ ਉਹ ਕਿਵੇਂ ਬਦਲ ਜਾਂਦਾ ਹੈ। ਕਵੀ ਨੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਉਹਦਾ ਬਿਆਨ ਕੀਤਾ। ਅੱਗੇ ਦਾ ਅਭਿਆਸ ਹੈ ਪਾਠ ਦਾ। ਸਭ ਤੋਂ ਪਹਿਲਾ ਪ੍ਰਸ਼ਨ ਹੈ ਜਿਹੜਾ ਉਸਦੇ ਅੱਗੇ ਕੁਝ ਭਾਗ ਨੇ। ਉਹਦਾ ਊੜਾ ਭਾਗ ਹੈ, ਬਸੰਤ ਦੀ ਆਮਦ ਤੇ ਰੁੱਖ ਕਿਉਂ ਨਿਹਾਲ ਹੁੰਦੇ ਹਨ। ਕਿ ਬਸੰਤ ਜਦੋਂ ਆਉਂਦੀ ਹੈ ਤਾਂ ਰੁੱਖ ਹੈ ਜਿਹੜੇ ਉਹ ਕਿਉਂ ਖੁਸ਼ ਹੁੰਦੇ ਹੈ, ਕਿਉਂਕਿ ਉਹਨਾਂ ਦੀਆਂ ਡਾਲੀਆਂ ਨੇ ਜਿਹੜੀਆਂ ਉਹ ਪੁੰਗਰ ਜਾਂਦੀਆਂ ਨੇ, ਟਾਹਣੀਆਂ ਜਿਹੜੀਆਂ ਉਹ ਪੁੰਗਰ ਪੈਂਦੀਆਂ ਨੇ। ਆੜਾ ਹੈ, ਬਸੰਤ ਰੁੱਤ ਆਉਣ ਤੇ ਬੂਟਿਆਂ ਵਿੱਚ ਕਿਹੋ ਜਿਹੀ ਤਬਦੀਲੀ ਆਉਂਦੀ ਹੈ। ਤਾਂ ਇਹਦਾ ਉੱਤਰ ਹੈ ਕਿ ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਉਦੋਂ ਬੂਟੇ ਹੈ ਜਿਹੜੇ ਉਹਨਾਂ ਤੇ ਡੋਡੀਆਂ ਉੱਭਰ ਆਉਂਦੀਆਂ ਨੇ, ਯਾਨੀ ਕਿ ਫੁੱਲ ਹੈ ਜਿਹੜੇ ਉਹ ਲੱਗਣੇ ਸ਼ੁਰੂ ਹੋ ਜਾਂਦੇ ਹੈ। ਈੜੀ ਭਾਗ ਹੈ, ਬਸੰਤ ਰੁੱਤ ਮੌਕੇ ਪੰਛੀ ਕਿਹੜਾ ਰਾਗ ਗਾਉਂਦੇ ਹੈ। ਤਾਂ ਬਸੰਤ ਰੁੱਤ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹੈ ਜਿਹੜੇ ਕਿ ਖੁਸ਼ੀ ਦੇ ਰਾਗ ਨੇ। ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ। ਤਾਂ ਬਸੰਤ ਰੁੱਤ ਦੇ ਵਿੱਚ ਲੋਕ ਖੁਸ਼ੀ ਦੇ ਵਿੱਚ ਕੇਸਰੀ ਰੰਗ ਪਹਿਨਦੇ ਹਨ। ਹਾਹਾ ਹੈਗਾ, ਆਖਰੀ 4 ਸਤਰਾਂ ਦੇ ਅਰਥ ਲਿਖੋ। ਤਾਂ ਆਖਰੀ ਜਿਹੜੀਆਂ ਸਤਰਾਂ ਨੇ ਉਹਦੇ ਵਿੱਚ ਕਵੀ ਨੇ ਇਹੀ ਦੱਸਿਆ ਆਪਾਂ ਨੂੰ ਕਿ ਪੰਛੀ ਹੈ ਜਿਹੜੇ ਉਹ ਖੁਸ਼ੀ ਦੇ ਵਿੱਚ ਹਿੰਡੋਲ ਤੇ ਬਸੰਤ ਰਾਗ ਗਾ ਰਹੇ ਹੈ, ਕਿਉਂਕਿ ਪਰਮਾਤਮਾ ਨੇ ਬੜੀ ਦੇਰ ਬਾਅਦ ਇਹ ਰੁੱਤ ਹੈ ਜਿਹੜੀ ਉਹ ਦੁਬਾਰਾ ਲੈ ਕੇ ਆਂਦੀ ਹੈ। ਇਹ ਰੁੱਤ ਸਾਰੇ ਜੀਵਾਂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਨਾ ਉਦੋਂ ਬਹੁਤੀ ਠੰਡ ਹੁੰਦੀ ਹੈ ਤੇ ਨਾ ਗਰਮੀ ਹੁੰਦੀ ਹੈ। ਅਖੀਰਲੀਆਂ 2 ਸਤਰਾਂ ਦੇ ਵਿੱਚ ਕਵੀ ਆਪਾਂ ਨੂੰ ਦੱਸਦਾ ਹੈ ਕਿ ਸਾਰਾ ਆਲਾ ਦੁਆਲਾ ਹੈ ਜਿਹੜਾ ਉਹ ਇਉਂ ਲੱਗਦਾ ਹੈ ਕਿ ਇੱਕ ਔਰਤ ਹੋਵੇ ਜਿਹਨੇ ਕੇਸਰੀ ਰੰਗ ਦਾ ਦੁਪੱਟਾ ਲਿਆ ਹੋਵੇ। ਤਾਂ ਉਹ ਬਸੰਤ ਰੁੱਤ ਨੂੰ ਇੱਕ ਔਰਤ ਦਾ ਨਾਂ ਦਿੰਦਾ ਹੈ ਕਿ ਜਿਹਨੇ ਸੋਹਣਾ ਹਾਰ ਸ਼ਿੰਗਾਰ ਕੀਤਾ ਹੈ ਤੇ ਆਸੇ-ਪਾਸੇ ਨੂੰ ਵੀ ਉਸਨੇ ਸ਼ਿੰਗਾਰ ਦਿੱਤਾ ਹੈ। ਦੂਸਰਾ ਪ੍ਰਸ਼ਨ ਹੈ ਬੇਟਾ, ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ। ਤਾਂ ਇੱਕ ਸਤਰ ਦਿੱਤੀ ਹੈ, ਦੂਸਰੀ ਸਤਰ ਅਸੀਂ ਆਪਣੇ ਕੋਲੋਂ ਹੀ ਲਿਖਣੀ ਹੈ। ਇਹਦੇ ਲਈ ਆਪਾਂ ਨੂੰ ਪਹਿਲਾਂ ਇਹ ਕਵਿਤਾ ਯਾਦ ਕਰ ਲੈਣੀ ਚਾਹੀਦੀ ਹੈ। ਜਦੋਂ ਆਪਾਂ ਨੂੰ ਸਾਰੀ ਕਵਿਤਾ ਯਾਦ ਹੋਊਗੀ ਤਾਂ ਇੱਕ ਲਾਈਨ ਦੱਸਣ ਤੇ ਹੀ ਨਾਲ ਜੁੜਦੀ ਲਾਈਨ ਆਪਣੇ ਧਿਆਨ 'ਚ ਆ ਜਾਊਗੀ। ਊੜਾ ਭਾਗ ਹੈ, ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ। ਇਹ ਇੱਕ ਲਾਈਨ ਹੈ, ਦੂਸਰੀ ਆਪਾਂ ਦੱਸਣੀ ਹੈ।
ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ। ਇਹ ਆਊਗੀ। ਆੜਾ ਭਾਗ ਹੈ ਖਿੜ ਖਿੜ ਹੱਸਦੀਆਂ ਵਸਿਆ ਜਹਾਨ ਵੇਖ। ਤਾਂ ਅਗਲੀ ਇਹਦੀ ਸਤਰ ਕਿਹੜੀ ਹੈ? ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ। ਈੜੀ ਭਾਗ ਹੈ ਬੁਲਬੁਲ ਫੁੱਲ ਫੁੱਲ ਫੁੱਲਾਂ ਦੇ ਸਦਕੇ ਲਏ। ਤੇ ਇਹਦੇ ਨਾਲ ਅਗਲੀ ਸਤਰ ਹੈ ਭੌਰੇ ਲਟਬੌਰਿਆਂ ਨੂੰ ਆਈਆਂ ਖੁਸ਼ਹਾਲੀਆਂ। ਇਹ 2 ਪ੍ਰਸ਼ਨ ਹੋ ਗਏ ਆਪਣੇ। ਤੀਸਰਾ ਪ੍ਰਸ਼ਨ ਹੈ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕੁਝ ਸ਼ਬਦ ਦਿੱਤੇ ਹੋਏ ਆ ਆਪਾਂ ਨੂੰ, ਆਪਾਂ ਇਹਨਾਂ ਦੇ ਵਾਕ ਬਣਾਉਣੇ ਆ। ਪਹਿਲਾ ਸ਼ਬਦ ਹੈ ਨਿਹਾਲ। ਤਾਂ ਬਸੰਤ ਰੁੱਤ ਵਿੱਚ ਕੁਦਰਤ ਤੋਂ ਹਰ ਕੋਈ ਨਿਹਾਲ ਹੋ ਜਾਂਦਾ ਹੈ। ਜਹਾਨ, ਸਾਰਾ ਜਹਾਨ ਬਹੁਤ ਸੋਹਣਾ ਹੈ। ਸਦਕੇ, ਮਾਂ ਆਪਣੇ ਬੱਚਿਆਂ ਦੇ ਸਦਕੇ ਜਾਂਦੀ ਹੈ। ਮੁਰਾਦ, ਰੱਬ ਸਭ ਦੇ ਮਨ ਦੀ ਮੁਰਾਦ ਪੂਰੀ ਕਰੇ। ਕਤਾਰ, ਲੰਗਰ ਛਕਣ ਲਈ ਅਸੀਂ ਗੁਰਦੁਆਰੇ ਵਿੱਚ ਕਤਾਰ ਵਿੱਚ ਬੈਠ ਗਏ। ਚੌਥਾ ਪ੍ਰਸ਼ਨ ਹੈ ਇਸ ਕਵਿਤਾ ਨੂੰ ਜ਼ਬਾਨੀ ਯਾਦ ਕਰਕੇ ਆਪਣੀ ਜਮਾਤ ਦੀ ਹਫ਼ਤਾਵਾਰੀ ਬਾਲ ਸਭਾ ਵਿੱਚ ਸੁਣਾਓ। ਤਾਂ ਇਹ ਕਵਿਤਾ ਤੁਸੀਂ 1-2 ਵਾਰ ਹੀ ਉੱਚੀ ਬੋਲੋਗੇ, ਬੋਲ ਕੇ ਦੇਖੋਗੇ ਤਾਂ ਤੁਹਾਨੂੰ ਯਾਦ ਹੋ ਜਾਣੀ ਹੈ। ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਜਮਾਤ ਦੇ ਵਿੱਚ ਇਹ ਸੁਣਾ ਸਕਦੇ ਹੋ। ਪੰਜਵਾਂ ਪ੍ਰਸ਼ਨ ਔਖੇ ਸ਼ਬਦਾਂ ਦੇ ਅਰਥ ਹੈ। ਇਹ ਕਵਿਤਾ ਪੜ੍ਹਦੇ ਹੋਏ, ਯਾਦ ਕਰਦੇ ਹੋਏ ਤੁਹਾਨੂੰ ਕੁਝ ਸ਼ਬਦ ਔਖੇ ਲੱਗੇ ਹੋਣਗੇ ਤਾਂ ਉਹਨਾਂ ਦੇ ਅਰਥ ਦਿੱਤੇ ਹੋਏ ਨੇ। ਜਹਾਨ ਦਾ ਅਰਥ ਹੈ ਸੰਸਾਰ, ਹਿੰਡੋਲ ਦਾ ਅਰਥ ਹੈ ਖੁਸ਼ੀ ਦਾ ਰਾਗ ਤੇ ਡੋਰੇਦਾਰ ਦਾ ਅਰਥ ਹੈ ਧਾਰੀਦਾਰ। ਉਤੋਂ ਅਗਲਾ ਪ੍ਰਸ਼ਨ ਬੇਟਾ ਵਿਆਕਰਨ ਦਾ ਹੈ ਕਿ ਇਸ ਕਵਿਤਾ ਦੇ ਵਿੱਚੋਂ ਆਪਾਂ 10 ਵਿਆਕਰਨ ਦੇ ਨਾਲ ਸੰਬੰਧਿਤ ਨਾਮ ਹੈ ਜਿਹੜਾ ਉਹ ਚੁਣਨੇ ਹੈ। ਹੁਣ ਨਾਮ ਕੀ ਹੁੰਦਾ? ਇਹ ਤੁਸੀਂ ਪਹਿਲਾਂ ਵੀ ਪੜ੍ਹਿਆ ਹੋਊਗਾ। ਜਿਹੜੇ ਸ਼ਬਦਾਂ ਤੋਂ ਕਿਸੇ ਵਿਅਕਤੀ, ਚੀਜ਼, ਸਥਾਨ ਆਦਿ ਦਾ ਪਤਾ ਲੱਗੇ ਉਸ ਨੂੰ ਆਪਾਂ ਨਾਮ ਕਹਿੰਦੇ ਆ। ਇਹ ਨਾਮ ਦੀ ਪਰਿਭਾਸ਼ਾ ਹੈ। ਹੁਣ ਇਹ ਵਿਅਕਤੀ, ਚੀਜ਼, ਸਥਾਨ ਕੀ ਹੋ ਸਕਦਾ? ਜਿਵੇਂ ਤੁਸੀਂ ਹੋ, ਤੁਹਾਡੇ ਨਾਂ ਹੈ, ਤੁਹਾਡੇ ਪਰਿਵਾਰ ਦੇ ਜੀਆਂ ਦੇ ਨਾਂ, ਤੁਹਾਡੇ ਜਮਾਤੀਆਂ ਦੇ ਨਾਂ, ਕੋਈ ਚੀਜ਼, ਜਿਹੜੀ ਚੀਜ਼ ਤੁਹਾਡੇ ਕੋਲੇ ਹੈ, ਕਾਪੀਆਂ, ਕਿਤਾਬਾਂ, ਬੈਗ, ਪੈਨਸਲ, ਇਹ ਸਾਰੇ ਬੇਟਾ ਨਾਮ ਨੇ। ਜਾਂ ਸਥਾਨ, ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਹੋ, ਜਿਹੜਾ ਜ਼ਿਲ੍ਹਾ ਹੈ ਜਾਂ ਪੰਜਾਬ ਦੇ ਜਿੰਨੇ ਪਿੰਡ ਸ਼ਹਿਰਾਂ ਦੇ ਨਾਂ ਤੁਹਾਨੂੰ ਆਉਂਦੇ ਹੈ, ਇਹ ਸਾਰੇ ਦੇ ਸਾਰੇ ਨਾਮ ਹੁੰਦੇ ਹੈ। ਤਾਂ ਇਸ ਤਰ੍ਹਾਂ ਕੋਈ 10 ਨਾਮ ਅਸੀਂ ਇਸ ਕਵਿਤਾ ਦੇ ਵਿੱਚੋਂ ਚੁਣਨੇ ਹੈ। ਉਹ ਤੁਸੀਂ ਕੋਸ਼ਿਸ਼ ਕਰੋ, ਤੁਸੀਂ ਬੜੀ ਆਸਾਨੀ ਦੇ ਨਾਲ ਚੁਣ ਸਕਦੇ ਹੋ।